ਸਲੋਕ ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ। ਗਰੀਬੀ ਸੁਭਾਅ ਵਾਲਾ ਬੰਦਾ ਆਪਾ ਭਾਵ ਦੂਰ ਕਰਕੇ ਤੇ ਨੀਵਾਂ ਰਹਿ ਕੇ ਸੁਖੀ ਵਸਦਾ ਹੈ। ਵੱਡੇ ਵੱਡੇ ਹੰਕਾਰੀਆਂ, ਨਾਨਕ ਗਰਭ ਗਲੇ। ਵੱਡੇ ਵੱਡੇ ਹੰਕਾਰੀ ਮਨੁੱਖ, ਹੇ ਨਾਨਕ, ਹੰਕਾਰ ਵਿੱਚ ਹੀ ਗਲ ਜਾਂਦੇ ਹਨ। ਅਸ਼ਟਪਦੀ ਜਿਸ ਕੈ ਅੰਤਰ ਰਾਜ ਅਭਿਮਾਨ। ਜਿਸ ਮਨੁੱਖ ਦੇ ਮਨ ਵਿੱਚ ਰਾਜ ਦਾ ਮਾਣ ਹੈ, ਸੋ ਨਰਕ ਪਾਤੀ ਹੋਵਤ ਸੁਵਾਨ। ਸੁਵਾਨ ਦਾ ਮਤਲਬ ਕੁੱਤਾ। ਨਰਕ ਪਾਤੀ ਨਰਕ ਦਾ ਵਾਸੀ। ਉਹ ਕੁੱਤਾ ਨਰਕ ਵਿੱਚ ਪੈਣ ਦਾ ਸਜ਼ਾਵਾਰ ਹੁੰਦਾ ਹੈ। ਜੋ ਜਾਣੇ ਮੈਂ ਜੋਬਨਵੰਤ। ਜੋ ਮਨੁੱਖ ਆਪਣੇ ਆਪ ਨੂੰ ਬੜਾ ਸੋਹਣਾ ਸਮਝਦਾ ਹੈ, ਸੋ ਹੋਵਤ ਵਿਸ਼ਟਾ ਕਾ ਜੰਤ। ਵਿਸ਼ਟਾ ਦਾ ਮਤਲਬ ਹੁੰਦਾ ਗੰਧ। ਉਹ ਵਿਸ਼ਟਾ ਦਾ ਹੀ ਕੀੜਾ ਹੁੰਦਾ ਹੈ, ਕਿਉਂਕਿ ਸਦਾ ਵਿਸ਼ੇ ਵਿਕਾਰਾਂ ਦੇ ਗੰਧ ਵਿੱਚ ਹੀ ਪਿਆ ਰਹਿੰਦਾ ਹੈ। ਆਪਸ ਕੋ ਕਰਮਵੰਤ ਕਹਾਵੈ। ਜਿਹੜਾ ਆਪਣੇ ਆਪ ਨੂੰ ਚੰਗੇ ਕੰਮ ਕਰਨ ਵਾਲਾ ਅਖਵਾਉਂਦਾ ਹੈ, ਜਨਮ ਮਰੈ ਬਹੁ ਜੋਨ ਭਰਮਾਵੈ। ਉਹ ਸਦਾ ਜੰਮਦਾ ਮਰਦਾ ਹੈ, ਕਈ ਜੂਨਾਂ ਵਿੱਚ ਭਟਕਦਾ ਫਿਰਦਾ ਹੈ। ਧਨ ਭੂਮਿਕਾ ਜੋ ਕਰੈ ਗੁਮਾਨ। ਗੁਮਾਨ ਦਾ ਮਤਲਬ ਹੁੰਦਾ ਹੰਕਾਰ। ਜੋ ਮਨੁੱਖ ਧਨ ਤੇ ਧਰਤੀ ਦੀ ਮਾਲਕੀ ਦਾ ਹੰਕਾਰ ਕਰਦਾ ਹੈ, ਸੋ ਮੂਰਖ ਅੰਧਾ ਅਗਿਆਨ। ਉਹ ਮੂਰਖ ਹੈ, ਬੜਾ ਜਾਹਿਲ ਹੈ, ਭਾਵ ਅਗਿਆਨਤਾ ਦੇ ਵਿੱਚ ਫਿਰਦਾ ਹੈ। ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ। ਮਿਹਰ ਕਰਕੇ ਜਿਸ ਮਨੁੱਖ ਦੇ ਦਿਲ ਵਿੱਚ ਗਰੀਬੀ ਸੁਭਾਅ ਉਹ ਮਾਲਕ ਪਾਉਂਦਾ ਹੈ, ਨਾਨਕ ਈਹਾ ਮੁਕਤ ਆਗੈ ਸੁਖ ਪਾਵੇ। ਹੇ ਨਾਨਕ, ਉਹ ਮਨੁੱਖ ਇਸ ਜ਼ਿੰਦਗੀ ਵਿੱਚ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ ਤੇ ਪਰਲੋਕ ਵਿੱਚ ਸੁਖ ਪਾਉਂਦਾ ਹੈ। ਧਨਵੰਤਾ ਹੋਏ ਕਰ ਗਰਵਾਵੈ। ਉਹ ਮਨੁੱਖ ਧਨ ਵਾਲਾ ਹੋ ਕੇ ਮਾਣ ਕਰਦਾ ਹੈ। ਤ੍ਰਿਣ ਸਮਾਨ ਕਛ ਸੰਗ ਨਾ ਜਾਵੈ। ਪਰ ਉਸ ਦੇ ਨਾਲ ਅੰਤ ਵੇਲੇ ਇੱਕ ਤੀਲੇ ਜਿਤਨੀ ਵੀ ਕੋਈ ਚੀਜ਼ ਨਹੀਂ ਜਾਂਦੀ। ਬਹੁ ਲਸ਼ਕਰ ਮਾਨੁਖ ਉਪਰ ਕਰੇ ਆਸ। ਬਹੁਤੇ ਲਸ਼ਕਰ ਅਤੇ ਮਨੁੱਖਾਂ ਉੱਤੇ ਬੰਦਾ ਆਸਾ ਲਾਈ ਰੱਖਦਾ ਹੈ। ਪਲ ਭੀਤਰ ਤਾਕਾ ਹੋਏ ਵਿਨਾਸ਼। ਪਰ ਪਲਕ ਵਿੱਚ ਉਸ ਦਾ ਨਾਸ਼ ਹੋ ਜਾਂਦਾ ਹੈ ਤੇ ਉਹਨਾਂ ਵਿੱਚੋਂ ਕੋਈ ਵੀ ਸਹਾਈ ਨਹੀਂ ਹੁੰਦਾ। ਸਭ ਤੇ ਆਪ ਜਾਣੇ ਬਲਵੰਤ। ਮਨੁੱਖ ਆਪਣੇ ਆਪ ਨੂੰ ਸਭ ਤੋਂ ਬਲੀ ਸਮਝਦਾ ਹੈ। ਖਿਨ ਮੈਂ ਹੋਏ ਜਾਏ ਭਸਮੰਤ। ਪਰ ਅੰਤ ਵੇਲੇ ਇੱਕ ਖਿਨ ਵਿੱਚ ਸੜ ਕੇ ਸੁਆਹ ਹੋ ਜਾਂਦਾ ਹੈ। ਕਿਸੇ ਨਾ ਬਦੈ ਆਪ ਹੰਕਾਰੀ। ਜੋ ਬੰਦਾ ਆਪ ਇਤਨਾ ਹੰਕਾਰੀ ਹੋ ਜਾਂਦਾ ਹੈ ਕਿ ਕਿਸੇ ਦੀ ਪਰਵਾਹ ਨਹੀਂ ਕਰਦਾ, ਧਰਮ ਰਾਏ ਤਿਸ ਕਰੇ ਖੁਵਾਰੀ। ਧਰਮਰਾਜ ਅੰਤ ਵੇਲੇ ਉਸ ਦੀ ਮਿੱਟੀ ਪਲੀਤ ਕਰਦਾ ਹੈ। ਗੁਰ ਪ੍ਰਸਾਦ ਜਾ ਕਾ ਮਿਟੈ ਅਭਿਮਾਨ। ਸਤਿਗੁਰੂ ਦੀ ਦਇਆ ਨਾਲ ਜਿਸ ਦਾ ਹੰਕਾਰ ਮਿਟਦਾ ਹੈ, ਸੋ ਜਨ ਨਾਨਕ ਦਰਗਾਹ ਪਰਵਾਨ। ਉਹ ਮਨੁੱਖ, ਹੀ ਨਾਨਕ, ਪ੍ਰਭੂ ਦੀ ਦਰਗਾਹ ਵਿੱਚ ਕਬੂਲ ਹੁੰਦਾ ਹੈ। ਕੋਟ ਕਰਮ ਕਰੇ ਹਉ ਧਾਰੇ। ਹਉ ਦਾ ਮਤਲਬ ਹੰਕਾਰ। ਜੇ ਮਨੁੱਖ ਕਰੋੜਾਂ ਧਾਰਮਿਕ ਕੰਮ ਕਰੇ ਤੇ ਉਹਨਾਂ ਦਾ ਹੰਕਾਰ ਵੀ ਕਰੇ, ਸ਼ਰਮ ਪਾਵੈ ਸਗਲੇ ਵਿਰਥਾਰ। ਵਿਰਥਾਰ ਦਾ ਮਤਲਬ ਵਿਅਰਥ। ਉਹ ਸਾਰੇ ਕੰਮ ਵਿਅਰਥ ਹਨ। ਉਹਨਾਂ ਕੰਮਾਂ ਦਾ ਫਲ ਉਸਨੂੰ ਕੇਵਲ ਥਕੇਵਾਂ ਹੀ ਮਿਲਦਾ ਹੈ। ਅਨਕ ਤਪੱਸਿਆ ਕਰੇ ਹੰਕਾਰ। ਅਨੇਕਾਂ ਤਪ ਤੇ ਸਾਧਨ ਕਰਕੇ ਜੇ ਇਹਨਾਂ ਦਾ ਮਾਣ ਕਰੇ, ਨਰਕ ਸੁਰਗ ਫਿਰ ਅਵਤਾਰ। ਨਰਕਾਂ ਸੁਰਗਾਂ ਵਿੱਚ ਮੁੜ ਮੁੜ ਜੰਮਦਾ ਹੈ।
ਭਾਵ ਕਦੇ ਸੁਖ ਤੇ ਕਦੇ ਦੁੱਖ ਭੋਗਦਾ ਹੈ। ਅਨਕ ਜਤਨ ਕਰ ਆਤਮ ਨਹੀਂ ਦਰਵੈ। ਅਨੇਕਾਂ ਯਤਨ ਕੀਤਿਆਂ ਜੇ ਹਿਰਦਾ ਨਰਮ ਨਹੀਂ ਹੁੰਦਾ। ਦਰਵੇ ਦਾ ਮਤਲਬ ਨਰਮ। ਹਰ ਦਰਗਹਿ ਕੋ ਕੈਸੇ ਗਵੈ। ਉਹ ਮਨੁੱਖ ਪ੍ਰਭੂ ਦੀ ਦਰਗਾਹ ਵਿੱਚ ਕਿਵੇਂ ਪਹੁੰਚ ਸਕਦਾ ਹੈ। ਆਪਸ ਕੋ ਜੋ ਭਲਾ ਕਹਾਵੈ। ਜੋ ਮਨੁੱਖ ਆਪਣੇ ਆਪ ਨੂੰ ਨੇਕ ਅਖਵਾਉਂਦਾ ਹੈ, ਤਿਸੇ ਭਲਾਈ ਨਿਕਟ ਨਾ ਆਵੈ। ਨੇਕੀ ਉਸ ਦੇ ਨੇੜੇ ਵੀ ਨਹੀਂ ਢੁੱਕਦੀ। ਸਰਬ ਕੀ ਰੇਨ ਜਾ ਕਾ ਮਨ ਹੋਏ। ਰੇਨ ਦਾ ਮਤਲਬ ਧੂੜ। ਜਿਸ ਮਨੁੱਖ ਦਾ ਮਨ ਸਭਨਾਂ ਦੇ ਚਰਨਾਂ ਦੀ ਧੂੜ ਹੋ ਜਾਂਦਾ ਹੈ, ਕਹੋ ਨਾਨਕ ਤਾਂ ਕੀ ਨਿਰਮਲ ਸੋਏ। ਹੇ ਨਾਨਕ, ਉਸ ਮਨੁੱਖ ਦੀ ਸੋਹਣੀ ਸ਼ੋਭਾ ਖਿਲਰਦੀ ਹੈ। ਜਬ ਲਗ ਜਾਣੈ ਮੁਝ ਤੇ ਕਛ ਹੋਏ। ਮਨੁੱਖ ਜਦ ਤੱਕ ਇਹ ਸਮਝਦਾ ਹੈ ਕਿ ਮੇਥੋਂ ਕੁਝ ਹੋ ਸਕਦਾ ਹੈ, ਤਬ ਇਸ ਕੋ ਸੁਖ ਨਾਹੀ ਕੋਏ। ਤਦ ਤਾਈਂ ਇਸ ਨੂੰ ਕੋਈ ਸੁਖ ਨਹੀਂ ਹੁੰਦਾ। ਜਬ ਇਹ ਜਾਣੇ ਮੈਂ ਕਿਛ ਕਰਤਾ। ਜਦ ਤੱਕ ਇਹ ਸਮਝਦਾ ਹੈ ਕਿ ਮੈਂ ਆਪਣੇ ਬਲ ਨਾਲ ਕੁਝ ਕਰਦਾ ਹਾਂ, ਤਬ ਲਵ ਗਰਭ ਜੂਨ ਮੈਂ ਫਿਰਤਾ। ਤਦ ਤੱਕ ਵੱਖਰਾਪਨ ਦੇ ਕਾਰਨ ਜੂਨਾਂ ਵਿੱਚ ਪਿਆ ਰਹਿੰਦਾ ਹੈ। ਜਬ ਧਾਰੈ ਕੋ ਬੈਰੀ ਮੀਤ। ਜਦ ਤੱਕ ਮਨੁੱਖ ਕਿਸੇ ਨੂੰ ਵੈਰੀ ਤੇ ਕਿਸੇ ਨੂੰ ਮਿੱਤਰ ਸਮਝਦਾ ਹੈ, ਤਬ ਲਗ ਨਿਹਚਲ ਨਾਹੀ ਚੀਤ। ਤਦ ਤੱਕ ਇਸ ਦਾ ਮਨ ਟਿਕਾਣੇ ਨਹੀਂ ਆਉਂਦਾ। ਜਬ ਲਗ ਮੋਹ ਮਗਨ ਸੰਗ ਮਾਏ। ਜਦ ਤੱਕ ਬੰਦਾ ਮਾਇਆ ਦੇ ਮੋਹ ਵਿੱਚ ਗਰਕ ਰਹਿੰਦਾ ਹੈ, ਤਬ ਲਗ ਧਰਮ ਰਾਏ ਦੇ ਸਜਾਏ। ਤਦ ਤੱਕ ਇਸ ਨੂੰ ਧਰਮ ਰਾਜ ਸਜ਼ਾ ਦਿੰਦਾ ਹੈ, ਦੰਡ ਦਿੰਦਾ ਹੈ। ਪ੍ਰਭ ਕਿਰਪਾ ਤੇ ਬੰਧਨ ਟੂਟੈ। ਮਾਇਆ ਦੇ ਬੰਧਨ ਪ੍ਰਭੂ ਦੀ ਮਿਹਰ ਨਾਲ ਟੁੱਟਦੇ ਹਨ। ਗੁਰ ਪ੍ਰਸਾਦ ਨਾਨਕ ਹਉ ਛੂਟੈ। ਹੇ ਨਾਨਕ, ਮਨੁੱਖ ਦੀ ਹਉਮੈ ਗੁਰੂ ਦੀ ਕਿਰਪਾ ਨਾਲ ਮੁੱਕਦੀ ਹੈ। ਸਹਿਸ ਖਟੈ ਲੱਖ ਕੋ ਉਠ ਧਾਵੈ। ਮਨੁੱਖ ਹਜ਼ਾਰਾਂ ਰੁਪਏ ਕਮਾਉਂਦਾ ਹੈ ਤੇ ਲੱਖਾਂ ਰੁਪਇਆਂ ਦੀ ਖਾਤਰ ਉੱਠ ਦੌੜਦਾ ਹੈ। ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਮਾਇਆ ਜਮ੍ਹਾਂ ਕਰੀ ਜਾਂਦਾ ਹੈ ਪਰ ਰੱਜਦਾ ਨਹੀਂ। ਅਨਕ ਭੋਗ ਵਿਖਿਆ ਕੀ ਕਰੈ। ਮਾਇਆ ਦੀਆਂ ਅਨੇਕਾਂ ਮੌਜਾਂ ਮਾਣਦਾ ਹੈ। ਨਹਿ ਤ੍ਰਿਪਤਾਵੈ ਖਪ ਖਪ ਮਰੈ। ਤਸੱਲੀ ਨਹੀਂ ਹੁੰਦੀ। ਭੋਗਾਂ ਦੇ ਮਗਰ ਹੋਰ ਭੱਜਦਾ ਹੈ ਤੇ ਖਪਦਾ ਹੈ, ਭਾਵ ਬੜਾ ਦੁਖੀ ਹੁੰਦਾ ਹੈ। ਬਿਨਾ ਸੰਤੋਖ ਨਹੀਂ ਕੂ ਰਾਜੈ। ਜੇ ਅੰਦਰ ਸੰਤੋਖ ਨਾ ਹੋਵੇ ਤਾਂ ਕੋਈ ਮਨੁੱਖ ਰੱਜਦਾ ਨਹੀਂ। ਸੁਪਨ ਮਨੋਰਥ ਬਿਰਥੇ ਸਭ ਕਾਜੇ। ਜਿਵੇਂ ਸੁਪਨਿਆਂ ਤੋਂ ਕੋਈ ਲਾਭ ਨਹੀਂ ਹੁੰਦਾ, ਤਿਵੇਂ ਸੰਤੋਖਹੀਨ ਮਨੁੱਖ ਦੇ ਸਾਰੇ ਕੰਮ ਤੇ ਖਾਸ਼ਾਂ ਵਿਅਰਥ ਹਨ। ਨਾਮ ਰੰਗ ਸਰਬ ਸੁਖ ਹੋਏ। ਪ੍ਰਭੂ ਦੇ ਨਾਮ ਦੀ ਮੌਜ ਵਿੱਚ ਹੀ ਸਾਰਾ ਸੁਖ ਹੈ। ਵੱਡ ਭਾਗੀ ਕਿਸੈ ਪ੍ਰਾਪਤ ਹੋਏ। ਅਤੇ ਇਹ ਸੁਖ ਕਿਸੇ ਵੱਡੇ ਭਾਗਾਂ ਵਾਲੇ ਨੂੰ ਮਿਲਦਾ ਹੈ। ਕਰਨ ਕਰਾਵਨ ਆਪੇ ਆਪ। ਜੋ ਪ੍ਰਭੂ ਆਪ ਹੀ ਸਭ ਕੁਝ ਕਰਨ ਦੇ ਤੇ ਜੀਵਾਂ ਪਾਸੋਂ ਕਰਾਉਣ ਦੇ ਸਮਰੱਥ ਹੈ। ਸਦਾ ਸਦਾ ਨਾਨਕ ਹਰਿ ਜਾਪ। ਹੇ ਨਾਨਕ, ਉਸ ਪ੍ਰਭੂ ਨੂੰ ਸਦਾ ਸਿਮਰ। ਕਰਨ ਕਰਾਵਣ ਕਰਨੇ ਹਾਰ। ਪ੍ਰਭੂ ਆਪ ਹੀ ਸਭ ਕੁਝ ਕਰਨ ਜੋਗਾ ਹੈ ਤੇ ਜੀਵਾਂ ਪਾਸੋਂ ਕਰਾਉਣ ਜੋਗਾ ਹੈ। ਇਸ ਕੈ ਹਾਥ ਕਹਾਂ ਵਿਚਾਰ। ਵਿਚਾਰ ਕੇ ਦੇਖ ਲੈ, ਇਸ ਜੀਵ ਦੇ ਹੱਥ ਕੁਝ ਵੀ ਨਹੀਂ ਹੈ। ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ। ਪ੍ਰਭੂ ਜਿਹੋ ਜਿਹੀ ਨਜ਼ਰ ਬੰਦੇ ਵੱਲ ਕਰਦਾ ਹੈ, ਬੰਦਾ ਉਹੋ ਜਿਹਾ ਬਣ ਜਾਂਦਾ ਹੈ। ਆਪੇ ਆਪ ਆਪ ਪ੍ਰਭ ਸੋਏ। ਉਹ ਪ੍ਰਭੂ ਆਪ ਹੀ ਆਪ ਹੈ। ਜੋ ਕਿਛ ਕੀਨੋ ਸੋ ਆਪਣੇ ਰੰਗ। ਜੋ ਕੁਝ ਉਹ ਬਣਾਇਆ ਹੈ, ਜੋ ਕੁਝ ਉਸ ਪ੍ਰਭੂ ਨੇ ਬਣਾਇਆ ਹੈ, ਆਪਣੀ ਮੌਜ ਵਿੱਚ ਹੀ ਬਣਾਇਆ ਹੈ।
ਸਭ ਤੇ ਦੂਰ ਸਭਹੂ ਕੇ ਸੰਗ। ਸਭ ਜੀਵਾਂ ਦੇ ਅੰਗ ਸੰਗ ਵੀ ਹੈ ਤੇ ਸਭ ਤੋਂ ਵੱਖਰਾ ਵੀ ਹੈ। ਬੂਝੈ ਦੇਖੈ ਕਰੈ ਵਿਵੇਕ। ਸਭ ਕੁਝ ਸਮਝਦਾ ਹੈ, ਵੇਖਦਾ ਹੈ ਤੇ ਪਛਾਣਦਾ ਹੈ। ਆਪੈ ਏਕ ਆਪੈ ਅਨੇਕ। ਪ੍ਰਭੂ ਆਪ ਹੀ ਇੱਕ ਹੈ ਤੇ ਆਪ ਹੀ ਅਨੇਕ ਰੂਪ ਧਾਰ ਰਿਹਾ ਹੈ। ਮਰੈ ਨਾ ਬਿਨਸੈ ਆਵੇ ਨਾ ਜਾਏ। ਉਹ ਨਾ ਕਦੇ ਮਰਦਾ ਹੈ, ਨਾ ਬਿਨਸਦਾ ਹੈ, ਨਾ ਜੰਮਦਾ ਹੈ, ਨਾ ਮਰਦਾ ਹੈ। ਨਾਨਕ ਸਦ ਹੀ ਰਹਿਆ ਸਮਾਏ। ਹੇ ਨਾਨਕ, ਪ੍ਰਭੂ ਸਦਾ ਹੀ ਆਪਣੇ ਆਪ ਵਿੱਚ ਟਿਕਿਆ ਰਹਿੰਦਾ ਹੈ। ਆਪ ਉਪਦੇਛੈ ਸਮਝੇ ਆਪ। ਆਪ ਹੀ ਸਿੱਖਿਆ ਦਿੰਦਾ ਹੈ ਤੇ ਆਪ ਹੀ ਉਸ ਸਿੱਖਿਆ ਨੂੰ ਸਮਝਦਾ ਹੈ। ਆਪੇ ਰਚਿਆ ਸਭ ਕੈ ਸਾਥ। ਪ੍ਰਭੂ ਆਪ ਹੀ ਸਭ ਜੀਵਾਂ ਦੇ ਨਾਲ ਮਿਲਿਆ ਹੋਇਆ ਹੈ, ਰਚਿਆ ਹੋਇਆ ਹੈ। ਆਪ ਕੀਨੋ ਆਪਨ ਵਿਸਥਾਰ। ਆਪਣਾ ਖਿਲਾਰਾ ਉਸਨੇ ਆਪ ਹੀ ਬਣਾਇਆ ਹੈ। ਸਭ ਕਛ ਉਸਕਾ ਓ ਕਰਨੇ ਹਾਰ। ਹਰੇਕ ਸ਼ੈ ਉਸ ਦੀ ਬਣਾਈ ਹੋਈ ਹੈ, ਉਹ ਬਣਾਉਣ ਜੋਗਾ ਹੈ। ਉਸ ਤੇ ਭਿੰਨ ਕਹੋ ਕਿਛ ਹੋਏ। ਦੱਸੋ ਉਸ ਤੋਂ ਵੱਖਰਾ ਕੁਝ ਹੋ ਸਕਦਾ ਹੈ। ਥਾਨ ਥਨੰਤਰ ਏਕੈ ਸੋਏ। ਉਹ ਹਰ ਥਾਂ ਪ੍ਰਭੂ ਆਪ ਹੀ ਮੌਜੂਦ ਹੈ। ਆਪਣੇ ਚਲਤ ਆਪ ਕਰਨੈ ਹਾਰ। ਆਪਣੇ ਖੇਲ ਆਪ ਹੀ ਕਰਨ ਜੋਗਾ ਹੈ। ਕੌਤਕ ਕਰੇ ਰੰਗ ਅਪਾਰ। ਬੇਅੰਤ ਰੰਗਾਂ ਦੇ ਤਮਾਸ਼ੇ ਕਰਦਾ ਹੈ। ਮਨ ਮੈਂ ਆਪ ਮਨ ਆਪਣੇ ਮਾਹੇ। ਜੀਵਾਂ ਦੇ ਮਨ ਵਿੱਚ ਆਪ ਵਸ ਰਿਹਾ ਹੈ, ਜੀਵਾਂ ਨੂੰ ਆਪਣੇ ਮਨ ਵਿੱਚ ਟਿਕਾਈ ਬੈਠਾ ਹੈ। ਨਾਨਕ ਕੀਮਤ ਕਹਿਣ ਨਾ ਜਾਏ। ਹੇ ਨਾਨਕ, ਉਸ ਦੀ ਕੀਮਤ ਭਾਵ ਉਸ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ। ਆਪ ਸਤ ਸਤ ਪ੍ਰਭ ਸੁਆਮੀ। ਸਭ ਦਾ ਮਾਲਕ ਪ੍ਰਭੂ ਸਦਾ ਹੀ ਕਾਇਮ ਰਹਿਣ ਵਾਲਾ ਹੈ। ਸਤ ਦਾ ਮਤਲਬ ਸਦੀਵੀ, ਕਾਇਮ ਰਹਿਣ ਵਾਲਾ। ਗੁਰ ਪ੍ਰਸਾਦ ਕਿਨੈ ਵਖਿਆਨੀ। ਗੁਰੂ ਦੀ ਮਿਹਰ ਨਾਲ ਕਿਸੇ ਵਿਰਲੇ ਨੇ ਇਹ ਗੱਲ ਦੱਸੀ ਹੈ, ਵਖਿਆਨ ਕੀਤੀ ਹੈ। ਸੱਚ 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 ਸਭ ਕੀਨਾ। ਜੋ ਕੁਝ ਉਸਨੇ ਬਣਾਇਆ ਹੈ ਉਹ ਵੀ ਮੁਕੰਮਲ ਹੈ। ਕੋਟ ਮਧੇ ਕਿਨੈ ਵਿਰਲੇ ਚੀਨਾ। ਇਹ ਗੱਲ ਕਰੋੜਾਂ ਵਿੱਚੋਂ ਕਿਸੇ ਵਿਰਲੇ ਨੇ ਪਹਿਚਾਣੀ ਹੈ। ਭਲਾ 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 ਤੇਰਾ ਰੂਪ। ਤੇਰਾ ਰੂਪ ਕਿਆ ਪਿਆਰਾ ਹੈ, ਬਹੁਤ ਪਿਆਰਾ ਹੈ। ਅਤ ਸੁੰਦਰ ਅਪਾਰ ਅਨੂਪ। ਹੇ ਅਤ ਸੋਹਣੇ, ਬੇਅੰਤ ਤੇ ਬੇਮਿਸਾਲ ਪ੍ਰਭੂ। ਨਿਰਮਲ 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 ਤੇਰੀ ਬਾਣੀ। ਤੇਰੀ ਬੋਲੀ ਵੀ ਮਿੱਠੀ ਹੈ, ਬਹੁਤ ਮਿੱਠੀ ਹੈ। ਘਟ ਘਟ ਸੁਣੀ ਸ਼ਰਵਣ ਵਖਿਆਣੀ। ਹਰੇਕ ਸਰੀਰ ਵਿੱਚ ਕੰਨਾਂ ਦੇ ਰਾਹੀਂ ਸੁਣੀ ਜਾ ਸਕਦੀ ਹੈ ਤੇ ਸਭ ਜੀਵ ਨਾਲ ਉਚਾਰੀ ਜਾ ਸਕਦੀ ਹੈ। ਭਾਵ ਹਰੇਕ ਸਰੀਰ ਵਿੱਚ ਤੂੰ ਆਪ ਹੀ ਬੋਲ ਰਿਹਾ ਹੈ। ਪਵਿੱਤਰ 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 ਪੁਨੀਤ। ਉਹ ਮਨੁੱਖ ਪਵਿੱਤਰ ਹੀ ਪਵਿੱਤਰ ਹੋ ਜਾਂਦਾ ਹੈ। ਨਾਮ ਜਪੈ ਨਾਨਕ ਮਨ ਪ੍ਰੀਤ। ਹੇ ਨਾਨਕ, ਜੋ ਅਜਿਹੇ ਪ੍ਰਭੂ ਦਾ ਨਾਮ ਪ੍ਰੀਤ ਨਾਲ ਮਨ ਵਿੱਚ ਜਪਦਾ ਹੈ, ਉਸ ਮਨੁੱਖ ਦਾ ਪਾਰ ਉਤਾਰਾ ਜਿਹੜਾ ਹੈ ਉਹ ਹੋ ਸਕਦਾ ਹੈ, ਹੋ ਜਾਂਦਾ ਹੈ।